ਤਾਂ ਅੱਜ ਦੇ ਆਪਣੇ ਕਰੰਟ ਅਫੇਅਰ 2 ਜੂਨ 2021 ਦੇ ਸਭ ਤੋਂ ਪਹਿਲਾ ਕਰੰਟ ਅਫੇਅਰ ਆਪਣਾ ਜਿਹੜਾ ਮੌਨਸੂਨ ਆਉਣ ਵਾਲਾ ਹੈ ਉਹਦੇ ਬਾਰੇ ਆ। ਇਹ ਕੀ ਚੀਜ਼ ਹੈ, ਮੈਂ ਤੁਹਾਨੂੰ ਪਹਿਲਾਂ ਮੌਨਸੂਨ ਦਾ ਦੱਸ ਦਿੰਦਾ ਇੱਕ ਨਵੀਂ ਸ਼ੀਟ ਤੇ। ਹਾਂਜੀ, ਤਾਂ ਮੌਨਸੂਨ ਦੀ ਸਭ ਤੋਂ ਪਹਿਲੀ ਜਿਹੜੀ ਚੀਜ਼ ਆਪਾਂ ਨੂੰ ਦੇਖਣ ਵਾਲੀ ਹੈ, ਦੇਖੋ ਮੌਨਸੂਨ ਜਿਹੜੀਆਂ ਬਾਰਿਸ਼ਾਂ ਆਉਂਦੀਆਂ ਨਾ, ਹਰ ਸਾਲ ਜਿਹੜੀ ਮੌਨਸੂਨ ਨਾਲ ਬਾਰਿਸ਼ਾਂ ਆਉਂਦੀਆਂ, ਹੁਣ ਹਰ ਸਾਲ ਕਿੰਨਾ ਮੀਂਹ ਪਿਆ ਇਹਦਾ ਸਰਕਾਰ ਲਗਾਤਾਰ ਅੰਦਾਜ਼ਾ ਲਗਾਈ ਰੱਖਦੀ ਹੈ। ਇਹਦਾ ਅੰਦਾਜ਼ਾ ਲਗਾਉਣਾ ਆਪਣੇ ਲਈ ਕਿਉਂ ਜ਼ਰੂਰੀ ਹੈ? ਕਿਉਂਕਿ ਆਪਾਂ ਜਿੰਨਾ ਹੁਣ ਮੌਨਸੂਨ ਤੋਂ ਬਾਰਿਸ਼ ਆਉਂਦੀ ਹੈ ਨਾ, ਆਪਣੇ ਭਾਰਤ ਵਿੱਚ ਨਾ ਜਿਹੜੇ 60% ਜਿਹੜੇ ਆਪਣੇ ਕਿਸਾਨ ਹੈ ਉਹ ਇਸੇ ਬਾਰਿਸ਼ ਤੇ ਡਿਪੈਂਡ ਕਰਦੇ ਆ ਕਿ ਕਿੱਦਾਂ ਦੀ ਫਸਲ ਹੋਊਗੀ ਤੇ ਕਿੰਨੀ ਫਸਲ ਹੋਊਗੀ। ਤੇ ਜੇ ਹੁਣ ਬਾਰਿਸ਼ ਜਾਂ ਤਾਂ ਸਮੇਂ ਸਿਰ ਨਾ ਆਈ ਜਾਂ ਵਾਦੀਆਂ ਘੱਟ ਆਈ ਤਾਂ ਆਪਣੇ ਆਪ ਜਿਹੜੇ ਤੁਹਾਡੀ ਜਿੰਨੀਆਂ ਫਸਲਾਂ ਉਹ ਆਪਣੇ ਆਪ ਖਰਾਬ ਹੋ ਜਾਣਗੀਆਂ। ਠੀਕ ਹੈ, ਇਸ ਕਾਰਨ ਜ਼ਰੂਰੀ ਹੈ ਕਿ ਆਪਾਂ ਇੱਕ ਤਾਂ ਆਪਣੇ ਖੇਤੀ ਲਈ ਲਗਾਤਾਰ ਮੌਨਸੂਨ ਨੂੰ ਪੜ੍ਹਦੇ ਰਹੀਏ। ਦੂਜਾ, ਜਿੰਨੇ ਵੀ ਆਪਣੇ ਆਹ ਡੈਮ ਬਣੇ ਹੋਏ ਆ, ਜਿਵੇਂ ਭਾਖੜਾ ਨੰਗਲ ਬਣੇ ਹੋਏ, ਜਿੰਨੇ ਵੀ ਬਣੇ ਹੋਏ ਆ, ਇਹਨਾਂ ਤੋਂ ਆਪਾਂ ਨੂੰ ਪਾਣੀ ਜਿਹੜਾ ਪੀਣ ਵਾਲਾ ਉਹ ਪਾਣੀ ਇਹਨਾਂ ਤੋਂ ਆਉਂਦਾ। ਹੁਣ ਆਪਣੇ ਭਾਰਤ ਦੀ ਸਭ ਤੋਂ ਵੱਡੀ ਹੁਣ ਪ੍ਰੋਬਲਮ ਕੀ ਹੈ? ਆਪਾਂ ਨੂੰ ਨਾ ਸਾਰਾ ਸਾਲ ਬਾਰਿਸ਼ ਨਹੀਂ ਆਉਂਦੀ। ਆਪਾਂ ਨੂੰ ਬਾਰਿਸ਼ ਆਉਂਦੀ ਹੈ ਸਾਲ ਦੇ 3 ਤੋਂ 4 ਮਹੀਨੇ, ਵੱਧ ਤੋਂ ਵੱਧ 3 ਤੋਂ 4 ਮਹੀਨੇ ਬਰਸਾਤ ਆਉਂਦੀ ਹੈ। ਜਿਹੜਾ ਚੰਗਾ ਸਾਲ ਹੋਵੇ ਬਰਸਾਤ ਲਈ 3 ਤੋਂ 4 ਮਹੀਨੇ ਆਉਂਦੀ ਹੈ। ਹੁਣ ਕੱਟਣੇ ਤਾਂ ਆਪਾਂ 12 ਦੇ 12 ਮਹੀਨੇ ਆ। ਤਾਂ ਸਰਕਾਰ ਨੂੰ ਇਹ ਵੀ ਸੋਚਣਾ ਪੈਂਦਾ ਹੈ ਕਿ ਹੁਣ ਬਾਕੀ ਦੇ ਮਹੀਨਿਆਂ ਲਈ ਕਿੰਨਾ ਪਾਣੀ, ਇਹ ਜਿੰਨੇ ਆਪਣੇ ਡੈਮ ਬਣੇ ਹੋਏ ਇਹਨਾਂ 'ਚ ਕਿੰਨਾ ਪਾਣੀ ਆਪਾਂ ਇਕੱਠਾ ਕਰਕੇ ਰੱਖੀਏ ਤਾਂ ਕਿ ਜਿੱਥੇ ਵੀ ਪਾਣੀ ਦੀ ਲੋੜ ਹੈ ਟਾਈਮ ਸਿਰ ਪਹੁੰਚਾਇਆ ਜਾ ਸਕੇ। ਤਾਂ ਆਪਣੇ ਲਈ ਮੌਨਸੂਨ ਨੂੰ ਇਹ ਪੂਰਾ ਦੇਖਣਾ ਜ਼ਰੂਰੀ ਹੁੰਦਾ। ਤਾਂ ਇਹਦੇ ਲਈ ਹੁਣ ਆਪਾਂ ਕਰਦੇ ਕੀ ਹੈ, ਆਪਾਂ ਨਾ ਮੌਨਸੂਨ ਦੀ ਬਾਰਿਸ਼ ਨੂੰ ਦਾ ਔਸਤ ਲੈ ਲੈਂਦੇ ਆ, ਯਾਨੀ ਕਿ ਐਵਰੇਜ ਲੈ ਲੈਂਦੇ ਆ। ਇੱਕ ਨਾ ਔਸਤ ਲੈ ਲਿੱਤਾ ਜਾਂਦਾ। ਬੇਸਿਕਲੀ ਹੁੰਦਾ ਕੀ ਹੈ ਕਿ 50 ਸਾਲ ਦਾ ਔਸਤ ਲਿੱਤਾ ਜਾਂਦਾ ਕਿ ਪਿਛਲੇ 50 ਸਾਲ 'ਚ ਬਰਸਾਤਾਂ ਕਿੰਨੀਆਂ ਪਈਆਂ ਤੇ ਕਿੰਨੇ ਸੈਂਟੀਮੀਟਰ, ਦੇਖੋ ਬਾਰਿਸ਼ ਹਮੇਸ਼ਾ ਸੈਂਟੀਮੀਟਰ ਨਾਪੀ ਜਾਂਦੀ ਹੈ, ਤੇ ਕਿੰਨੇ ਸੈਂਟੀਮੀਟਰ ਬਾਰਿਸ਼ ਹੋਈ ਹੈ ਪੂਰੇ ਭਾਰਤ ਦਾ ਪੂਰਾ ਕਰਕੇ ਜਿੰਨਾ ਔਸਤ ਬਣਿਆ, ਮਤਲਬ ਪੂਰੇ। ਹੁਣ ਆਪਣੇ ਭਾਰਤ ਵਿੱਚ ਹੁੰਦਾ ਕੀ ਹੈ, ਜਿਵੇਂ ਆਪਾਂ ਭਾਰਤ ਦੇ ਅੰਦਰ ਮੌਨਸੂਨ ਦੀ ਗੱਲ ਕਰੀਏ, ਜੇ ਮੈਂ ਬਰਸਾਤਾਂ ਦੀ ਗੱਲ ਕਰਾਂ, ਦੇਖੋ ਸਭ ਤੋਂ ਪਹਿਲਾਂ ਜਿਹੜੇ ਆਪਣੇ ਮੌਨਸੂਨ ਹੈਗੇ ਆ, ਇੱਥੇ ਆਪਣੇ ਅੰਡੇਮਾਨ ਦੇ ਵੀ ਆਈਲੈਂਡ ਹੈ, ਠੀਕ ਹੈ, ਟਾਪੂ, ਤੇ ਇੱਥੇ ਲਕਸ਼ਦੀਪ ਦੇ ਵੀ ਆ। ਸਭ ਤੋਂ ਪਹਿਲਾਂ ਜਿਹੜੀ ਬਰਸਾਤ ਆਉਂਦੀ ਹੈ ਨਾ, ਉਹ ਆਪਣੇ ਇਹ ਦੋਨੋਂ ਟਾਪੂਆਂ ਤੇ ਆਣੀ ਸ਼ੁਰੂ ਹੋ ਜਾਂਦੀ ਹੈ। ਇੱਥੇ ਮੌਨਸੂਨ ਸਭ ਤੋਂ ਪਹਿਲਾਂ ਆਉਂਦਾ ਹੈ। ਫਿਰ ਜਿਹੜਾ ਆਪਣਾ ਥੱਲੇ ਕੇਰਲਾ ਦਾ ਇਲਾਕਾ, ਇੱਥੇ ਬਾਰਿਸ਼ ਆਉਂਦੀ ਹੈ। ਠੀਕ ਹੈ, ਫਿਰ ਹੌਲੀ ਹੌਲੀ ਜਿਹੜੀ ਆਹ ਪੂਰੀ ਪੱਟੀ ਹੈ ਨਾ, ਇਹ ਪੂਰੀ ਪੱਟੀ ਦੇ ਨਾਲ ਨਾਲ ਬਰਸਾਤਾਂ ਹੋਣ ਲੱਗ ਜਾਂਦੀਆਂ। ਇਦੋਂ ਬਾਅਦ ਜਿਹੜਾ ਤੁਹਾਡਾ ਬੰਗਾਲ ਦਾ, ਉੜੀਸਾ ਦਾ, ਇਹ ਸਾਰੇ ਏਰੀਆ ਵਿੱਚ ਵੀ ਇਸ ਸਾਈਡ ਤੇ ਬਰਸਾਤਾਂ ਹੋਣ ਲੱਗ ਜਾਂਦੀਆਂ। ਫਿਰ ਹੌਲੀ ਹੌਲੀ ਬਰਸਾਤਾਂ ਅੱਗੇ ਜਾਂਦੀਆਂ। ਤਾਂ ਹੁੰਦਾ ਕੀ ਹੈ ਆਪਣੇ ਹੁਣ ਭਾਰਤ ਵਿੱਚ ਹੈ ਕਿ ਆਹ ਜਿਹੜੇ ਇਲਾਕੇ ਮੈਂ ਬਣਾਏ ਆ, ਜਿਵੇਂ ਆਹ ਵਾਲਾ ਇਲਾਕਾ ਹੋ ਗਿਆ, ਆਹ ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼ ਦਾ ਇਲਾਕਾ ਹੋ ਗਿਆ, ਤੇ ਆਹ ਆਪਣਾ ਜਿਹੜਾ ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਵਾਲੇ ਇਲਾਕੇ ਆ, ਇੱਥੇ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ। ਮਤਲਬ ਮੇਘਾਲਿਆ ਵਾਲੇ ਏਰੀਆ ਤਾਂ 250 ਸੈਂਟੀਮੀਟਰ ਤੱਕ ਵੀ ਬਾਰਿਸ਼ ਹੋ ਜਾਂਦੀ ਹੈ, ਤਾਂ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ। ਪਰ ਆਪਣੇ ਬਾਕੀ ਭਾਰਤ, ਜਿਵੇਂ ਹੁਣ ਆਪਾਂ ਆਪਣੇ ਰਾਜਸਥਾਨ ਦਾ, ਪੰਜਾਬ ਦਾ, ਹਰਿਆਣਾ, ਇਹ ਏਰੀਆ ਲਾਈਏ, ਇੱਥੇ ਇੰਨੀ ਬਰਸਾਤ ਨਹੀਂ ਆ। ਆਪਣੇ ਪੂਰਾ ਜਿਹੜਾ ਮੌਨਸੂਨ ਦਾ ਸੀਜ਼ਨ ਹੈ ਨਾ, ਆਪਣੀ ਕਰਕੇ 60 ਤੋਂ 70 ਸੈਂਟੀਮੀਟਰ ਬਾਰਿਸ਼ ਹੀ ਹੁੰਦੀ ਆ। ਤਾਂ ਆਪਣੇ ਇੱਧਰ ਬਹੁਤ ਜ਼ਿਆਦਾ ਫਰਕ ਹੈ। ਪਰ ਹੁਣ ਜਦੋਂ ਆਪਾਂ ਨੂੰ ਕੋਈ ਵੀ ਸਰਕਾਰ ਨੇ ਕੋਈ ਵੀ ਨੀਤੀ ਬਣਾਉਣੀ ਹੈ ਤਾਂ ਸਰਕਾਰ ਨੇ ਪੂਰੇ ਭਾਰਤ ਦਾ ਦੇਖਣਾ ਹੈ। ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਆਪਾਂ ਵੈਸੇ ਮੌਨਸੂਨ ਦੇਖੀਏ ਕਿ ਆਪਾਂ ਨੂੰ ਆਉਂਦਾ ਕਿੱਦਾਂ। ਤਾਂ ਆਪਾਂ ਕੀ ਕਰਦੇ ਆ, ਆਪਾਂ ਪਿਛਲੇ 50 ਸਾਲ 'ਚ ਦੇਖਦੇ ਆ ਕਿ ਆਪਾਂ ਨੂੰ ਕਿੰਨੀ ਬਰਸਾਤ ਕੁੱਲ ਮਿਲਾ ਕੇ ਹਰ ਇਲਾਕੇ ਦਾ ਤੁਸੀਂ ਔਸਤ ਕੱਢ ਲਓਗੇ ਤੇ ਕਿੰਨੀ ਆਈ ਆ। ਉਹ ਆਪਣੀ ਬਣਦੀ ਹੈ ਇਸ ਟਾਈਮ ਤੇ 89 ਸੈਂਟੀਮੀਟਰ ਦੇ ਕੋਲੇ ਆ। ਇਹ ਆਪਣੀ ਹੁਣੇ ਦੀ ਔਸਤ ਜਿਹੜੀ ਹੈਗੀ ਆ ਉਹ ਆ। ਇਹ ਆਪਾਂ ਕਿਹੜੇ 50 ਸਾਲ ਦੀ ਕੱਢਣੀ ਹੁੰਦੀ ਹੈ ਨਾ, ਇਹ ਜਿਹੜੇ 50 ਸਾਲ ਦੀ ਫਿਗਰ ਲਈ ਹੋਈ ਹੈ, ਇਹ ਹੈਗਾ 51 ਤੋਂ ਲੈ ਕੇ 2000 ਤੱਕ ਦੀ ਜਿਹੜੀ ਫਿਗਰ ਹੈ, ਇਹ ਵਾਲੀ ਫਿਗਰ ਦਾ 50 ਸਾਲ ਦਾ ਕੱਢ ਕੇ ਰੱਖਿਆ ਹੋਇਆ ਕਿ 89 ਸੈਂਟੀਮੀਟਰ ਪੂਰੇ ਭਾਰਤ ਦਾ ਜਿਹੜਾ ਔਸਤ
ਬਰਸਾਤ ਜਿਹੜੀ ਆਂਦੀ ਹੈ ਉਹ 89 ਸੈਂਟੀਮੀਟਰ ਆਂਦੀ ਹੀ ਆਂਦੀ ਹੈ। ਮਤਲਬ ਹੁਣ ਕਿਤੇ ਵੱਧ ਆਊਗੀ ਕਿਤੇ ਘੱਟ ਆਊਗੀ ਉਹ ਅੱਡ ਗੱਲ ਹੈ, ਪਰ ਭਾਰਤ ਦੇ ਹਰ ਇਲਾਕੇ ਮਤਲਬ ਸਾਰੀ ਬਰਸਾਤ ਦੇ ਪਾਣੀ ਨੂੰ ਜੇ ਭਾਰਤ ਦੇ ਪੂਰੇ ਇਲਾਕੇ 'ਚ ਵੰਡ ਦਿੱਤਾ ਜਾਊਗਾ ਤਾਂ ਹਰ ਇਲਾਕੇ ਨੂੰ 89 ਸੈਂਟੀਮੀਟਰ ਬਰਸਾਤ ਮਿਲਣੀ ਹੀ ਚਾਹੀਦੀ ਹੈ। ਇਹ ਹੁਣ ਆਪਾਂ ਬਰਸਾਤ ਨੂੰ ਆਪਾਂ ਨਾਪਦੇ ਕਿੱਦਾਂ, ਕਿਹੜਾ ਔਜ਼ਾਰ ਯੂਜ਼ ਕਰਦੇ ਆ ਬਰਸਾਤ ਨੂੰ ਨਾਪਣ ਲਈ, ਕਿਹਾ ਕਿੰਨੇ ਸੈਂਟੀਮੀਟਰ ਆਪਾਂ ਨੂੰ ਕਿੱਦਾਂ ਪਤਾ ਚੱਲਦਾ? ਇੱਕ ਨਾ ਇਹਦਾ ਬੀਕਰ ਵਰਗਾ ਦਿਖਣ ਵਾਲਾ ਇਨਸਟਰੂਮੈਂਟ ਹੁੰਦਾ ਹੈ, ਇਹਨੂੰ ਤਾਂ ਬਰਸਾਤ ਚ ਪੂਰੇ ਖੁੱਲੇ ਇਲਾਕੇ 'ਚ ਰੱਖਿਆ ਜਾਂਦਾ ਹੈ ਤਾਂ ਕਿ ਇਹਦੇ ਅੰਦਰ ਲਗਾਤਾਰ ਪਾਣੀ ਗਿਰਦਾ ਰਹੇ। ਉਹ ਜਿੰਨਾ ਪਾਣੀ ਜਿੱਥੇ ਤੱਕ ਭਰ ਜਾਂਦਾ ਹੈ ਉਹਦਾ ਸੈਂਟੀਮੀਟਰ ਦਾ ਦਰ ਮੰਨਿਆ ਜਾਂਦਾ ਹੈ। ਇਹਨੂੰ ਕਹਿੰਦੇ ਆ ਬਰਸਾਤ ਦਾ ਗੌਜ। ਇਹ ਗੌਜ ਹੁੰਦਾ ਹੈ, ਇਹਦਾ ਨਾਮ ਹੈ ਇਹ ਗੌਜ, ਬਰਸਾਤ ਦਾ ਗੌਜ, ਰੇਨ ਗੌਜ ਇੰਗਲਿਸ਼ ਜਿਹਨੂੰ ਕਹਿ ਦਿੰਦੇ ਆ। ਠੀਕ ਹੈ, ਇਹ ਬੀਕਰ ਵਰਗਾ ਦਿਖਦਾ ਹੁੰਦਾ, ਮਤਲਬ ਇੱਕ ਸਿੱਧੀ ਪਾਈਪ ਵਰਗਾ ਦਿਖਦਾ ਹੁੰਦਾ, ਬਸ ਉਹ ਜਿੰਨਾ ਪਾਣੀ ਪੈਂਦਾ ਜਾਂਦਾ ਹੈ ਉਹਨੂੰ ਪੂਰੇ ਨੂੰ ਨਾਪ ਲਿੱਤਾ ਜਾਂਦਾ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹਨੂੰ ਨਾਪਿਆ ਜਾਂਦਾ। ਹੁਣ ਦੇਖੋ ਜਿਹੜਾ ਹੁਣ 50 ਸਾਲ ਦਾ ਹੁਣ ਆਪਾਂ ਐਵਰੇਜ ਲੈ ਲਿਆ, ਹੁਣ ਹਰ ਸਾਲ ਨਾ ਫਿਰ ਸਰਕਾਰ ਵੱਲੋਂ ਇਹ ਜਾਰੀ ਕੀਤਾ ਜਾਂਦਾ ਕਿ ਇਸ ਸਾਲ ਬਰਸਾਤ ਕਿੰਨੀ ਆਣੀ ਹੈ। ਹੁਣ ਬਰਸਾਤ ਤਿੰਨ ਤਰੀਕੇ ਨਾਲ ਹੋ ਸਕਦੀ, ਜਾਂ ਤਾਂ ਵੱਧ ਹੋ ਸਕਦੀ ਹੈ ਕਿ ਮਤਲਬ ਹੱਦ ਤੋਂ ਜ਼ਿਆਦਾ ਬਾਰਿਸ਼ ਆਈ ਹੈ, ਠੀਕ ਹੈ, ਜਾਂ ਜਿੰਨੀ ਆਪਾਂ ਨੂੰ ਸਧਾਰਨ ਆਣੀ ਚਾਹੀਦੀ ਉਨੀ ਬਰਸਾਤ ਹੋ ਸਕਦੀ ਹੈ, ਜਾਂ ਜਿੰਨੀ ਸਧਾਰਨ ਆ ਉਹ ਤੋਂ ਵੀ ਘੱਟ ਬਰਸਾਤ ਆਈ ਹੈ। ਹੁਣ ਮੈਂ ਤੁਹਾਨੂੰ ਦੱਸਿਆ ਜਿਹੜਾ ਔਸਤ ਸੀ ਉਹ ਤਾਂ ਆਪਣਾ 89 ਸੈਂਟੀਮੀਟਰ ਸੀ, ਯਾਨੀ ਕਿ ਉਹ ਇਹਦੇ ਵਿੱਚ ਸਧਾਰਨ ਬਾਰਿਸ਼ ਦੇ ਵਿੱਚ ਹੀ ਇਹ ਨੰਬਰ ਪੈਣਾ ਚਾਹੀਦਾ। ਦੇਖੋ ਵੱਧ ਬਰਸਾਤ ਕਦੋਂ ਮੰਨੀ ਜਾਂਦੀ ਹੈ? ਜਦੋਂ ਆਪਣੇ ਹੜ੍ਹ ਆ ਜਾਂਦੇ, ਸਭ ਕੁਝ, ਮਤਲਬ ਇਹ ਕਿਉਂ ਆਉਂਦੇ ਆ? ਜਦੋਂ ਬਰਸਾਤ ਆਪਣੇ ਪੂਰੇ ਭਾਰਤ ਚ ਬਰਸਾਤ, ਮਤਲਬ ਜਦੋਂ ਕਈ ਸਾਲ ਇਦਾਂ ਦੇ ਵੀ ਹੁੰਦੇ ਆ ਮੌਨਸੂਨ ਵਿੱਚ ਜਦੋਂ ਆਪਣੇ ਜ਼ਿਆਦਾਤਰ ਭਾਰਤ ਵਿੱਚ ਹੜ੍ਹ ਆਏ ਪਏ ਹੁੰਦੇ ਆ। ਇਹ ਹੜ੍ਹ ਜਿਹੜੇ ਹੈਗੇ ਆ ਇਹ ਕਈ ਵਾਰੀ ਜਦੋਂ ਬਹੁਤ ਹੀ ਜ਼ਿਆਦਾ ਬਾਰਿਸ਼, ਤਾਂ ਇਹ ਜਿਹੜਾ ਔਸਤ ਦਾ ਨੰਬਰ ਸੀ, ਜਿਹੜਾ ਐਵਰੇਜ ਦਾ ਨੰਬਰ ਸੀ, ਇਹ ਵੀ ਵੱਡਾ ਹੋ ਜਾਊਗਾ। ਜੇ 97.9 ਸੈਂਟੀਮੀਟਰ ਤੋਂ ਵੱਧ ਬਰਸਾਤ ਹੋ ਜੇ ਉਹਨੂੰ ਆਪਾਂ ਕਵਾਂਗੇ ਕਿ ਇਹ ਬਰਸਾਤ ਵੱਧ ਦੇ ਵਿੱਚ ਆ। ਠੀਕ ਹੈ, ਹੱਦ ਤੋਂ ਜ਼ਿਆਦਾ ਬਰਸਾਤ ਹੋਈ ਆ। ਜੇ 80.1 ਸੈਂਟੀਮੀਟਰ ਤੋਂ ਘੱਟ ਹੋਵੇ ਤਾਂ ਉਹਨੂੰ ਕਵਾਂਗੇ ਹੱਦ ਤੋਂ ਘੱਟ ਬਰਸਾਤ ਹੋਈ ਹੈ, ਤਾਂ ਇਹ ਪੂਰੇ ਦੇਸ਼ ਦੀ ਮਤਲਬ ਜ਼ਰੂਰਤ ਪੂਰੀ ਕਰਨ ਲਈ ਬਹੁਤ ਘੱਟ ਹੈ। ਇਹ ਦੋਨਾਂ ਦੇ ਵਿੱਚ ਦਾ ਜਿਹੜਾ ਨੰਬਰ ਹੈ ਉਹਨੂੰ ਕਹਿੰਦੇ ਆ ਕਿ ਇਹਦੇ ਵਿੱਚ ਜੇ ਆਪਣੀ ਬਰਸਾਤ ਹੋਈ ਹੈ ਉਹਨੂੰ ਕਹਿੰਦੇ ਆ ਕਿ ਇਸ ਸਾਲ ਆਪਣਾ ਮੌਨਸੂਨ ਚੰਗਾ ਗਿਆ। ਠੀਕ ਹੈ, ਤੇ ਆਪਣੀ ਮਤਲਬ ਆਪਾਂ ਇਹੀ ਦੁਆ ਹੀ ਮੰਗ ਸਕਦੇ ਹਾਂ ਬਰਸਾਤ ਦੀ, ਤਾਂ ਠੀਕ ਹੈ, ਆਪਣੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਬਰਸਾਤ ਇਹਦੇ ਵਿੱਚ ਹੋ ਜੇ, ਕਿਉਂਕਿ ਜੇ ਘਟਦੀ ਆ ਤਾਂ ਹਰ ਜਗ੍ਹਾ ਸੁੱਕਾ ਪੈਣ ਲੱਗ ਜਾਊਗਾ। ਠੀਕ ਹੈ, ਤੁਹਾਡੇ ਡੈਮ ਵੀ ਸੁੱਕਣ ਲੱਗ ਜਾਣਗੇ, ਵੈਸੇ ਵੀ ਜ਼ਮੀਨਾਂ ਦਰਾਰਾਂ ਆਉਣ ਲੱਗ ਜਾਂਦੀਆਂ ਕਿਉਂਕਿ ਜ਼ਮੀਨਾਂ ਵੀ ਸੁੱਕ ਜਾਂਦੀਆਂ। ਜੇ ਹੱਦ ਤੋਂ ਵੱਧ ਆ ਗਈ ਤਾਂ ਹੜ੍ਹ ਆਉਣ ਲੱਗ ਜਾਣੇ ਆ, ਤਾਂ ਦੋਨੋਂ ਪਾਸੇ ਤਕਲੀਫਾਂ ਹੀ ਤਕਲੀਫਾਂ। ਠੀਕ ਹੈ, ਹੜ੍ਹ ਤਾਂ ਇਦਾਂ ਨਹੀਂ ਕਿ ਜਦੋਂ ਸਧਾਰਨ ਬਰਸਾਤ ਹੁੰਦੀ ਹੈ ਉਦੋਂ ਹੜ੍ਹ ਨਹੀਂ ਆਉਂਦੇ, ਜਿੱਥੇ ਹੱਦ ਤੋਂ ਜ਼ਿਆਦਾ ਬਰਸਾਤ ਹੋ ਜੂਗੀ ਉੱਥੇ ਹੜ੍ਹ ਆਪਣੇ ਆਪ ਆ ਜਾਣਗੇ। ਪਰ ਜਦੋਂ ਹੱਦ ਤੋਂ ਵੱਧ ਹੋ ਗਈ ਉਦੋਂ ਤਾਂ ਪੂਰੇ ਭਾਰਤ ਵਿੱਚ ਤੁਸੀਂ ਦੇਖੋਗੇ ਪੂਰਾ ਨਕਸ਼ਾ ਕਿਤੇ ਨਾ ਕਿਤੇ ਹੜ੍ਹ ਆਏ ਹੀ ਪਏ ਹੁੰਦੇ ਆ। ਠੀਕ ਹੈ, ਇਹ 3 ਕੁ ਸਾਲ ਪਹਿਲਾਂ ਹੋਇਆ ਸੀ, 3 ਕੁ ਸਾਲ ਪਹਿਲਾਂ ਬਹੁਤ ਜ਼ਿਆਦਾ ਬਰਸਾਤ ਆਈ ਸੀ ਆਪਣੇ ਭਾਰਤ ਦੀ ਲਗਭਗ ਹਰ ਰਾਜ ਵਿੱਚ ਤੁਹਾਡੇ ਹੜ੍ਹ ਆਏ ਪਏ ਸੀ। ਤਾਂ ਇਸ ਲਈ ਇਹਨਾਂ ਨੂੰ ਇਸ ਤਰੀਕੇ ਨਾਲ ਸਰਕਾਰ ਹਰ ਤਰੀਕੇ ਨਾਲ ਪੜ੍ਹਦੀ ਆ। ਇਹੀ ਅੱਜ ਤੁਹਾਡਾ ਕਰੰਟ ਅਫੇਅਰ ਸੀ, ਸਰਕਾਰ ਨੇ ਇਹੀ ਫਿਗਰ ਕੱਢੀ ਆ ਕਿ ਇਸ ਸਾਲ ਮੌਨਸੂਨ ਸਧਾਰਨ ਹੀ ਰਹੂਗਾ, ਇਸੇ ਰੇਂਜ ਵਿੱਚ ਹੀ ਰਹੂਗਾ। ਠੀਕ ਹੈ, ਇਹੀ ਉੱਥੇ ਉਹਨਾਂ ਨੇ ਫਿਗਰ ਕੱਢੀ ਹੋਈ ਹੈ। ਠੀਕ ਹੈ, ਜਿਹੜਾ ਤੁਹਾਡਾ ਭਾਰਤ ਮੌਸਮੀ ਵਿਭਾਗ ਹੈ ਉਹ ਇਹ ਫਿਗਰ ਜਾਰੀ ਕਰਦਾ, ਉਹ ਇਹ ਨੰਬਰ ਜਾਰੀ ਕਰਦਾ। ਉਹਨਾਂ ਨੇ ਕਿਹਾ ਕਿ ਤੁਹਾਡਾ ਮੌਨਸੂਨ ਸਧਾਰਨ ਰਹੂਗਾ, ਜਿੰਨਾ ਰਹਿਣਾ ਚਾਹੀਦਾ ਉਨਾ ਰਹੂਗਾ, ਨਾ ਘੱਟ ਹੋਊਗਾ ਨਾ ਜ਼ਿਆਦਾ ਵੱਧ ਹੋਊਗਾ, ਤਾਂ ਚੰਗੀ ਤਰ੍ਹਾਂ ਨਿਕਲ ਜੂਗਾ। ਠੀਕ ਹੈ, ਪਹਿਲੇ 'ਚ ਕਿਸੇ ਨੂੰ ਕੋਈ ਵੀ ਡਾਊਟ? ਹੁਣ ਜਿਹੜਾ ਦੂਜਾ ਕਰੰਟ ਅਫੇਅਰ ਹੈ ਉਹ ਹੈਗਾ ਆਪਣੀ ਜਿਹਨੂੰ ਇੰਗਲਿਸ਼ ਜਿਹਨੂੰ ਕਹਿੰਦੇ ਆ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਤੇ ਜਿਹਨੂੰ ਪੰਜਾਬੀ ਚ ਹੋ ਜਾਊਗਾ ਰਾਸ਼ਟਰੀ
मनुखी हक आयोग आयोग ठीक है। राष्ट्रीय मनुखी हक आयोग, ਇਹ ਜਿਹੜੀ ਕਮਿਸ਼ਨ ਆ, ਇਹ ਆਪਣਾ ਜਿਹੜਾ ਆਯੋਗ ਬਣਾਇਆ ਗਿਆ ਨਾ, ਇਹ ਆਪਣਾ ਬਣਾਇਆ ਗਿਆ ਸੀ ਆਪਣੀ ਜਿਹੜੀ ਸੰਸਦ ਹੈ, ਜਿਹੜੀ ਰਾਜ ਸਭਾ ਤੇ ਲੋਕ ਸਭਾ ਸੈਂਟਰ ਵਿੱਚ ਜਿਹੜੀ ਆਪਣੀ ਸੰਸਦ ਪੈਗੀ, ਉਹਦੇ ਵੱਲੋਂ 1993 ਵਿੱਚ ਬਣਾਇਆ ਗਿਆ ਸੀ ਇੱਕ ਅਧਿਨਿਯਮ ਪਾਸ ਕਰਕੇ। ਠੀਕ ਹੈ, ਹੁਣ ਇਹਨੂੰ ਬਣਾਇਆ ਕਿਉਂ ਗਿਆ ਸੀ? ਦੇਖੋ, ਆਪਣੇ ਭਾਰਤ ਵਿੱਚ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਮਨੁੱਖ ਨੂੰ, ਕਿਸੇ ਵੀ ਆਪਣੇ ਭਾਰਤੀ ਨਾਗਰਿਕ ਨੂੰ ਜੇ ਉਹਨੂੰ ਲੱਗਦਾ ਹੈ ਕਿ ਜਾਂ ਤਾਂ ਮੈਨੂੰ ਕੋਈ ਹੱਕ ਨਹੀਂ ਮਿਲ ਰਹੇ, ਜਾਂ ਸਰਕਾਰ ਜਾਂ ਕੋਈ ਹੋਰ ਬੰਦਾ ਵੀ ਮੇਰੇ ਹੱਕਾਂ ਦਾ ਸਹੀ ਤਰੀਕੇ ਨਾਲ ਮਤਲਬ ਇੱਜ਼ਤ ਨਹੀਂ ਦੇ ਰਿਹਾ ਇਹਨੂੰ, ਜਾਂ ਮੈਨੂੰ ਇਹ ਹੱਕ ਮਿਲ ਨਹੀਂ ਰਹੇ, ਜਿਵੇਂ ਹੁਣ ਹੋ ਸਕਦਾ ਕਈ ਇਲਾਕੇ ਵਿੱਚ ਹੁਣ ਪੁਲਿਸ ਹੋ ਸਕਦਾ ਕਿਸੇ ਨੂੰ ਜ਼ਬਰਦਸਤੀ ਕਰਵਾ ਕੇ ਚੱਕ ਕੇ ਲੈ ਗਈ, ਜਾਂ ਪੁਲਿਸ ਨੇ ਕੁਝ ਕਿਸੇ ਨੂੰ ਕੁੱਟਤਾ, ਜਾਂ ਜਿੱਥੇ ਫੌਜ ਲੱਗੀ ਹੋਈ ਹੈ ਫੌਜ ਨੇ ਕੋਈ ਇਦਾਂ ਦੀ ਫੌਜ ਦੇ ਵੀ ਬੰਦਿਆਂ ਤੋਂ, ਕਿਉਂਕਿ ਇਦਾਂ ਦੀ ਗੱਲ ਹੋ ਸਕਦੀ ਹੈ, ਤਾਂ ਇਦਾਂ ਦੀ ਕਿਤੇ ਕੋਈ ਵੀ ਗੱਲ ਜਿੱਥੇ ਵੀ ਹੋਈ, ਉਹਨੂੰ ਬੋਲਿਆ ਜਾਂਦਾ ਹੈ ਕਿ ਮਤਲਬ ਉਦਾਂ ਦੀ ਜਿਹੜੀ ਸ਼ਿਕਾਇਤ ਹੈ ਉਹਨੂੰ ਤੁਸੀਂ ਇਸ ਬੋਡੀ ਕੋਲੇ ਲੈ ਕੇ ਜਾ ਸਕਦੇ ਹੋ, ਇਸ ਆਯੋਗ ਕੋਲੇ ਲੈ ਕੇ ਜਾ ਸਕਦੇ ਹੋ। ਇਹ ਆਯੋਗ ਕਰੂਗਾ ਕਿ ਦੇਖੋ, ਇਸ ਆਯੋਗ ਕੋਲੇ ਨਾ ਸ਼ਕਤੀਆਂ ਥੋੜੀਆਂ ਘੱਟ ਹੈ। ਇਹ ਜਿਹੜਾ ਆਯੋਗ ਹੈ ਹੁਣ ਇਹ ਸਿਰਫ ਜਿਹੜਾ ਤੁਸੀਂ ਮਾਮਲਾ ਜਿਹੜੀ ਸ਼ਿਕਾਇਤ ਲੈ ਕੇ ਆਏ ਹੋ ਉਹਦੀ ਸਿਰਫ ਪੜਤਾਲ ਕਰ ਸਕਦਾ। ਹੁਣ ਇਹ ਪੜਤਾਲ ਕਰੂਗਾ, ਆਪਣੀ ਰਿਪੋਰਟ ਜਿਹੜੀ ਹੋਊਗੀ ਪੂਰੀ ਰਿਪੋਰਟ ਤਿਆਰ ਕਰੂਗਾ ਕਿ ਇਹ ਮਾਮਲਾ ਹੋਇਆ ਤਾਂ ਕਿੱਦਾਂ ਹੋਇਆ, ਕਿਹੜੇ ਕਿਹੜੇ ਸਬੂਤ ਆ, ਸਾਰੇ ਸਬੂਤ ਇਕੱਠੇ ਕਰ ਦੂਗਾ। ਪਰ ਇਸ ਆਯੋਗ ਨੂੰ ਨਾ ਆਪਣੀ ਸਰਕਾਰ ਨੇ ਕਿਸੇ ਨੂੰ ਵੀ ਸਜ਼ਾ ਦੇਣ ਦੀ ਸ਼ਕਤੀ ਨਹੀਂ ਦਿੱਤੀ। ਠੀਕ ਹੈ, ਜਿਹਦੇ ਕਾਰਨ ਸਜ਼ਾ ਦੇਣ ਦੀ ਸ਼ਕਤੀ ਨਹੀਂ ਦਿੱਤੀ, ਇਹ ਸਿਰਫ ਪੜਤਾਲ ਕਰਦੀ ਹੈ। ਜਿਹਦੇ ਨਾਲ ਹੁਣ ਕਿਸੇ ਨੇ ਜੇ ਕੋਈ ਉਲੰਘਣਾ ਕੀਤੀ ਵੀ ਸੀ, ਕਿਸ ਦੇ ਹੱਕ ਖੋਏ ਵੀ ਸੀ, ਤਾਂ ਉਹਨੂੰ ਸਜ਼ਾ ਦੇਣ ਦੀ ਸ਼ਕਤੀ ਇਹਦੇ ਕੋਲ ਨਹੀਂ ਹੈਗੀ। ਇਹ ਕੀ ਕਰਦੀ ਹੈ, ਆਪਣੀ ਪੂਰੀ ਜਿਹੜੀ ਇਹਨੇ ਪੜਤਾਲ ਕੀਤੀ ਹੈ, ਇਸ ਤੋਂ ਬਾਅਦ ਜਿਹੜੇ ਸੁਪਰੀਮ ਕੋਰਟ ਤੇ ਆਪਣੇ ਹਾਈ ਕੋਰਟ ਹੁੰਦੇ ਆ ਉਹਨਾਂ 'ਚ ਜਾ ਕੇ ਮਾਮਲਾ ਦਰਜ ਕਰਾ ਦਿੰਦੀ ਹੈ ਕਿ ਹੁਣ ਇਸ ਕੇਸ ਦੀ ਸੁਣਵਾਈ ਤੁਸੀਂ ਕਰੋ, ਅਸੀਂ ਸਾਰੇ ਦੀ ਸਾਰੀ ਜਿੰਨੀ ਰਿਪੋਰਟ ਬਣਾਣੀ ਸੀ ਉਹ ਅਸੀਂ ਬਣਾਤੀ ਹੈ, ਹੁਣ ਬਸ ਇਸ ਰਿਪੋਰਟ ਦੇ ਉੱਤੇ ਤੁਸੀਂ ਆਪਣੀ ਸੁਣਵਾਈ ਕਰ ਦਿਓ। ਠੀਕ ਹੈ, ਤਾਂ ਇਹ ਜਿਹੜੀ ਇਹ ਬੋਡੀ ਇਹ ਕੰਮ ਕਰਦੀ ਹੈ। ਹੁਣ ਇਹ ਜਿਹੜਾ ਆਯੋਗ ਆ ਆਪਣਾ, ਜਿਹੜਾ ਆਪਣਾ ਆਯੋਗ ਆ, ਹੁਣ ਇਸ ਆਯੋਗ 'ਚ ਨਾ ਟੋਟਲ 6 ਇਹਦੇ ਮੈਂਬਰ ਹੁੰਦੇ ਆ। ਹੁਣ ਇਹ 6 ਮੈਂਬਰ ਚੋਂ ਇੱਕ ਹੁੰਦਾ ਤੁਹਾਡਾ ਚੇਅਰਮੈਨ ਤੇ 5 ਹੁੰਦੇ ਆ ਤੁਹਾਡੇ ਮੈਂਬਰ। ਇੱਕ ਚੇਅਰਮੈਨ ਹੋਊਗਾ, 5 ਹੋਰ ਮੈਂਬਰ ਹੁੰਦੇ, ਤਾਂ ਟੋਟਲ ਕਰਕੇ 6 ਲੋਕ ਹੋ ਗਏ। ਜਿਹੜਾ ਆਹ ਚੇਅਰਮੈਨ ਹੁੰਦਾ ਇਹ ਜਾਂ ਤਾਂ ਮਤਲਬ ਰਿਟਾਇਰਡ ਬੰਦਾ ਹੋਣਾ ਚਾਹੀਦਾ, ਜਿਹੜਾ ਬੰਦਾ ਆਪਣੇ ਭਾਰਤ ਦਾ ਚੀਫ ਜਸਟਿਸ ਰਿਹਾ ਹੋਵੇ। ਠੀਕ ਹੈ, ਜਿਹੜਾ ਸੁਪਰੀਮ ਕੋਰਟ ਦਾ ਸਭ ਤੋਂ ਟੌਪ ਦਾ ਜੱਜ ਹੈ, ਚੀਫ ਜਸਟਿਸ ਆਫ ਇੰਡੀਆ ਜਿਹਨੂੰ ਆਪਾਂ ਕਹਿੰਦੇ ਆ, ਜਾਂ ਤਾਂ ਉਸ ਮੁਕਾਮ ਤੇ ਰਿਹਾ ਹੋਵੇ, ਜਾਂ ਸੁਪਰੀਮ ਕੋਰਟ ਦਾ ਹੀ ਕੋਈ ਜੱਜ ਰਿਹਾ ਹੋਵੇ। ਜੇ ਤੁਹਾਡਾ ਕੋਈ ਪੁਰਾਣਾ ਚੀਫ ਜਸਟਿਸ ਨਹੀਂ ਬਣਨਾ ਚਾਹੁੰਦਾ ਤਾਂ ਇਹਦਾ ਚੇਅਰਮੈਨ ਕਿਸੇ ਹੋਰ ਸੁਪਰੀਮ ਕੋਰਟ ਦੇ ਜੱਜ ਨੂੰ ਬਣਾ ਦਿੱਤਾ ਜਾਂਦਾ। ਇਹਦੇ ਇਲਾਵਾ ਜਿਹੜੇ ਹੁਣ 5 ਮੈਂਬਰ ਹੈ, ਇਹਨਾਂ ਵਿੱਚੋਂ ਘੱਟੋ ਘੱਟ ਇੱਕ ਮੈਂਬਰ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਖੁਦ ਜੱਜ ਰਿਹਾ ਹੋਵੇ। ਹੁਣ ਉਹ ਸੁਪਰੀਮ ਕੋਰਟ ਵਿੱਚ ਵੀ ਹੋ ਸਕਦਾ ਹੈ ਤੇ ਹਾਈ ਕੋਰਟ ਦਾ। ਦੇਖੋ, ਜਿਹੜਾ ਚੀਫ ਜਸਟਿਸ ਹੁੰਦਾ, ਚੀਫ ਜਸਟਿਸ ਹਰ ਕੋਰਟ ਦੇ ਅੰਦਰ ਹੁੰਦਾ, ਮਤਲਬ ਹਾਈ ਕੋਰਟ ਤੇ ਸੁਪਰੀਮ ਕੋਰਟ ਦੋਨੋਂ ਕੋਰਟ ਵਿੱਚ ਹੁੰਦਾ। ਤਾਂ ਜਾਂ ਤਾਂ ਜਿਹੜਾ ਜੱਜ ਹੈ ਇਹ ਸੁਪਰੀਮ ਕੋਰਟ ਦਾ ਕੋਈ ਆਮ ਜੱਜ ਰਿਹਾ ਹੋਵੇ, ਜੇ ਹਾਈ ਕੋਰਟ ਦਾ ਜੱਜ ਆ ਤਾਂ ਫਿਰ ਉਹਨੂੰ ਉਸ ਹਾਈ ਕੋਰਟ ਦਾ ਚੀਫ ਜਸਟਿਸ ਹੋਣਾ ਚਾਹੀਦਾ, ਸਿਰਫ ਉਸ ਨੂੰ ਇਹਦੇ ਅੰਦਰ ਮੈਂਬਰ ਲਿੱਤਾ ਜਾਊਗਾ। ਇਹਦੇ ਇਲਾਵਾ 3 ਇਦਾਂ ਦੇ ਮੈਂਬਰ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਆਹ ਜਿਹੜੇ ਆਪਣੇ ਮਨੁੱਖੀ ਅਧਿਕਾਰ ਸੀ ਇਹਨਾਂ ਦੀ ਜਾਣਕਾਰੀ ਹੋਵੇ। ਠੀਕ ਹੈ, ਜਿੰਨੇ ਵੀ ਆਪਣੇ ਮਨੁੱਖੀ ਅਧਿਕਾਰ ਸੀ ਇਸ ਫੀਲਡ ਵਿੱਚ ਇਹਦੇ ਰਿਗਾਰਡਿੰਗ ਕੋਈ ਕੰਮ ਕਰਦੇ ਹੋਣ, ਹੁਣ ਸ਼ਾਇਦ NGO ਚਲਾਉਂਦੇ ਹੋਣ, ਠੀਕ ਹੈ, ਕੋਈ ਸਮਾਜ ਸੇਵਾ ਦਾ ਕੰਮ ਕਰਦੇ ਹੋਣ, ਇਸੇ ਚੀਜ਼ ਇਹਨਾਂ ਨੂੰ ਇਸ ਚੀਜ਼ ਦਾ ਤਜਰਬਾ ਹੋਣਾ ਚਾਹੀਦਾ। ਤੇ 3 ਵਿੱਚੋਂ ਮਤਲਬ ਇੱਕ ਹੋਰ ਇਹਦੇ ਨਾਲ ਕੰਡੀਸ਼ਨ ਪਾਈ ਹੋਈ ਹੈ ਕਿ ਜਿਹੜੇ 3 ਬੰਦੇ ਆ ਇਹਨਾਂ ਵਿੱਚੋਂ ਘੱਟੋ ਘੱਟ ਇੱਕ
औरत होनी चाहिए है। घट्टो घट एक, होण नूं तीनों औरतां हो सकदियां, पर घट्टो घट एक तां औरत होनी ही चाहिए है। ते एक बंदा कोई होर भी हो सकता है जिन्हों सरकार चाहूगी। ठीक है, तो टोटल करके ये 5 बंदे आह ते एक चेयरमैन, टोटल करके 6 बंदे ਇਹਦੇ ਮੈਂਬਰ ਬਣ ਜਾਂਦੇ। ਹੁਣ ਜਿੰਨੇ ਵੀ ਆਹ 6 ਦੇ 6 ਮੈਂਬਰ ਹੈ, ਇਹਨਾਂ ਦੀ ਨਿਯੁਕਤੀ ਕੌਣ ਕਰਦਾ ਹੈ? ਕੱਲ ਆਪਾਂ ਐਡਮਿਨਿਸਟ੍ਰੇਟਰ ਪੜ੍ਹੇ ਸੀ, ਤੁਹਾਡੇ ਯੂਨੀਅਨ ਟੈਰੀਟਰੀ ਦੇ ਅੰਦਰ ਉਹਨਾਂ ਦੀ ਨਿਯੁਕਤੀ ਕੌਣ ਕਰਦਾ ਸੀ? ਰਾਸ਼ਟਰਪਤੀ ਸਰ ਜੀ। ਬਿਲਕੁਲ, ਰਾਸ਼ਟਰਪਤੀ। ਇਹਨਾਂ ਦੀ ਵੀ ਨਿਯੁਕਤੀ ਰਾਸ਼ਟਰਪਤੀ ਕਰਦਾ। ਰਾਸ਼ਟਰਪਤੀ ਤੁਹਾਡੇ ਜਿਹੜੇ ਵੀ ਆ 6 ਮੈਂਬਰ ਜਿਨ੍ਹਾਂ ਨੂੰ ਦੇਖੋ ਕਿਸੇ ਨੂੰ ਨੌਕਰੀ ਤੇ ਰੱਖਣ ਤੋਂ ਪਹਿਲਾਂ ਨਾ ਹਮੇਸ਼ਾ ਲੈਟਰ ਦੇਣੀ ਪੈਂਦੀ ਹੈ ਕਿ ਹਾਂ ਤੁਸੀਂ ਇਸ ਪੋਸਟ ਤੇ ਨਿਯੁਕਤ ਕੀਤੇ ਜਾ ਰਹੇ ਹੋ, ਤੁਸੀਂ ਇੰਨੇ ਸਾਲ ਇਸ ਪੋਸਟ ਤੇ ਰਹਿਣਾ, ਇਹ ਸਭ ਕੁਝ ਮਤਲਬ ਇਹ ਚ ਹੁੰਦਾ ਕੀ ਹੈ, ਇਹ ਵਾਲੇ ਮੈਂਬਰ ਇਦਾਂ ਨਹੀਂ ਹੈ ਕਿ ਹਮੇਸ਼ਾ ਹੀ ਰਹਿ ਸਕਦੇ ਆ। 5 ਸਾਲ ਦਾ ਪੀਰੀਅਡ ਮਿਲਦਾ ਕਿ ਤੁਸੀਂ 5 ਸਾਲ ਲਈ ਹੀ ਇਹਦੇ ਮੈਂਬਰ ਬਣ ਸਕਦੇ ਆ। 6 ਦੇ 6 ਲੋਕਾਂ ਨੂੰ ਸਿਰਫ 5 ਸਾਲ ਲਈ, ਉਸ ਤੋਂ ਬਾਅਦ ਰਿਟਾਇਰ ਹੋ ਜਾਂਦੇ ਆ। ਠੀਕ ਹੈ, ਤੇ ਇਹ ਬਹੁਤ ਹੀ ਬਜ਼ੁਰਗ, ਬਹੁਤ ਹੀ 올ਡ ਏਜ ਚ ਪਹੁੰਚ ਕੇ ਹੀ ਲੋਕੀ ਇੱਥੇ ਤੱਕ ਪਹੁੰਚਦੇ ਆ, ਕਿਉਂਕਿ ਬਹੁਤ ਹੀ ਐਕਸਪਰਟ ਲੋਕਾਂ ਨੂੰ ਇਹ ਚ ਮੈਂਬਰ ਬਣਾਇਆ ਜਾਂਦਾ ਹੈ। ਪਰ ਜਿਹੜਾ ਰਾਸ਼ਟਰਪਤੀ ਹੈ ਨਾ, ਹੁਣ ਇਹ ਨਹੀਂ ਹੈ ਕਿ ਰਾਸ਼ਟਰਪਤੀ ਆਪਣੀ ਮਨਮਰਜ਼ੀ ਨਾਲ ਕਿਸੇ ਨੂੰ ਵੀ ਇਹਦਾ ਮੈਂਬਰ ਨਿਯੁਕਤ ਕਰ ਦੂਗਾ। ਰਾਸ਼ਟਰਪਤੀ ਨਾ ਹਮੇਸ਼ਾ ਇੱਕ ਕਮੇਟੀ ਦੀ ਸਲਾਹ ਮੰਨਦਾ, ਕਮੇਟੀ ਦੀ ਸਿਫਾਰਿਸ਼ ਮੰਨਦਾ, ਉਹਨੂੰ ਮੰਨਣੀ ਹੀ ਪੈਂਦੀ। ਮਤਲਬ ਇਹ ਸਿਫਾਰਿਸ਼ ਸਿਰਫ ਸ਼ਬਦ ਹੈ ਕਿ ਸਿਫਾਰਿਸ਼ ਤਾਂ ਇਦਾਂ ਹੁੰਦਾ ਕਿ ਕੋਈ ਮੰਨੇ ਜਾਂ ਨਾ ਮੰਨੇ, ਪਰ ਇਹ ਸਿਫਾਰਿਸ਼ ਮੰਨਣੀ ਹੀ ਪੈਂਦੀ ਹੈ। ਹੁਣ ਇਹ ਕਮੇਟੀ ਸਿਫਾਰਿਸ਼ ਮਤਲਬ ਕਮੇਟੀ 'ਚ ਮੈਂਬਰ ਕੌਣ ਹੈ? ਇਹ ਕਮੇਟੀ 'ਚ ਮੈਂਬਰ ਹੈਗੇ ਜਿਵੇਂ ਤੁਹਾਡੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਆ ਸਾਰੇ ਲਿਖੇ ਹੋਏ ਆ। ਇਹ ਸਾਰਿਆਂ ਦੀ ਨਾ ਸੂਚੀ ਤੁਸੀਂ ਯਾਦ ਕਰਨੀ ਹੈ, ਕਿਹੜੇ ਕਿਹੜੇ ਇਸ ਕਮੇਟੀ ਦੇ ਮੈਂਬਰ ਹੁੰਦੇ ਆ। डायरेक्ट क्वेश्चन आते हैं, पहली गल तो आही आ जाऊगा कि कौन इन्होंने नियुक्त करते हैं मैंबर्स ਨੂੰ। ठीक है, एक ये मैंबर कौन कौन होंगे, ये ਜਿਹੜੇ 6 मैंबर है। ठीक है, हाँ थोड़ा चेयरमैन ते 5 होर, ये कौन कौन होंगे आ, ये क्वेश्चन बन सकता होंगे। उस तो बाद राष्ट्रपति किन्हां दी सलाह ते इन्हां नूं नियुक्त करदा है, उत्थे आह ऑप्शन दिते होणगे ते 2-4 होर फालतू दे दिते होणगे, इन्हां विचों 3 को दे दिते होणगे, 2-4 फालतू देते होणे। ਤੁਹਾਨੂੰ ਉਹ ਚੋਂ ਲੱਭਣਾ ਹੈ, ਮਤਲਬ ਇਹ ਕੁਐਸਚਨ ਆ ਜਾਊਗਾ ਕਿ ਕਿਹੜੇ ਕਿਹੜੇ ਉਸ ਕਮੇਟੀ ਦਾ ਪਾਰਟ ਹੈ। ਤੁਸੀਂ ਬਸ ਉਹਦੇ ਅੰਦਰ ਜਿਹੜੇ ਜਿਹੜੇ ਇਹਨਾਂ ਵਿੱਚ ਆਪਸ਼ਨ ਹੋਣਗੇ ਉਹ ਸਿਲੈਕਟ ਕਰਨੇ ਆ। ਠੀਕ ਹੈ, ਅਗਲਾ ਜਿਹੜਾ ਕਰੰਟ ਅਫੇਅਰ ਹੈ ਉਹ ਹੈਗਾ ਤੁਹਾਡਾ ਆਫਤਾ ਪ੍ਰਬੰਧਕ ਐਕਟ 2005 ਦਾ। ਦੇਖੋ ਇਹ ਜਿਹੜਾ ਆਪਣਾ ਭਾਰਤ ਦੇਸ਼ ਹੈ ਨਾ, ਇੱਕ ਭਾਰਤ ਦੇਸ਼ 'ਚ ਬਹੁਤ ਅਨੋਖੀ ਚੀਜ਼ ਇਹ 2005 ਦੇ ਅਧਿਨਿਯਮ ਨੇ ਕੀਤੀ ਸੀ, ਐਕਟ ਨੇ ਕੀਤੀ ਸੀ ਕਿ 2005 ਜਦੋਂ ਆਹ ਆਪਾਂ ਐਕਟ ਬਣਾਇਆ, ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣਿਆ ਸੀ ਜਿਨੇ ਕਿਸੇ ਵੀ ਆਫਤਾ ਲਈ ਇੱਕ ਅੱਡ ਤੋਂ ਇੱਕ ਕੋਈ ਬੋਡੀ ਬਣਾਈ ਹੈ, ਕੋਈ ਅੱਡ ਤੋਂ ਕਾਨੂੰਨ ਬਣਾਏ ਆ ਕਿ ਆਪਾਂ ਕੋਈ ਵੀ ਆਫਤਾ ਆਊਗੀ ਆਪਾਂ ਉਹਨੂੰ ਕਿੱਦਾਂ ਉਹਨਾਂ ਨਾਲ ਆਪਾਂ ਡੀਲ ਕਰਨਾ, ਉਹਨੂੰ ਆਪਾਂ ਕਿੱਦਾਂ ਸੰਭਾਲਣਾ। ਹੁਣ ਜਿਹੜੀ ਆਪਣੀ ਆਪਤਾ ਹੁੰਦੀ ਹੈ, ਇਸੇ ਲਈ ਫਿਰ ਆਪਾਂ ਅੱਗੇ ਹੋਰ ਬੋਡੀਜ਼ ਬਣਾਈਆਂ, ਹੋਰ ਆਪਣੇ ਲੋਕ ਰੱਖੇ ਗਏ ਉਹ 'ਚ। ਹੁਣ ਜਿਹੜੀ ਆਪਣੀ ਕੋਈ ਵੀ ਆਪਤਾ ਆਉਂਦੀ ਹੈ, ਕੋਈ ਵੀ ਡਿਜ਼ਾਸਟਰ ਆਉਂਦਾ, ਉਹ 2 ਲੈਵਲ ਤੇ ਡੀਲ ਕੀਤਾ ਜਾਂਦਾ ਹੈ। ਇੱਕ ਹੈਗਾ ਜਿਹੜਾ ਸੈਂਟਰ ਦਾ ਲੈਵਲ ਹੈ, ਯਾਨੀ ਕਿ ਤੁਹਾਡਾ ਰਾਸ਼ਟਰੀ ਲੈਵਲ। ਠੀਕ ਹੈ, ਇਸ ਤੁਹਾਡਾ ਸੈਂਟਰ ਆ ਗਿਆ। ਦੂਜਾ ਹੈਗਾ ਹਰ ਰਾਜ, ਜਿਹੜਾ ਕੋਈ ਵੀ ਜਿਹੜੀ ਸਟੇਟ ਹੈ ਉਹਦੇ ਅੰਦਰ ਵੀ ਬੋਡੀ ਬਣਦੀ ਆ। ਹੁਣ ਇਹਦੇ ਮੁਤਾਬਿਕ ਹੀ ਤੁਹਾਨੂੰ ਫਿਰ ਡਿਸੀਜਨ ਮਤਲਬ ਕੋਈ ਨਾ ਕੋਈ ਫੈਸਲਾ ਲੈਣ ਵਾਲਾ ਵੀ ਬੰਦਾ ਹੋਊਗਾ, ਸਭ ਕੁਝ ਹੋਊਗਾ, ਇਹਦੇ ਮੁਤਾਬਿਕ ਹੀ ਹੁੰਦਾ। ਹੁਣ ਸੈਂਟਰ ਵਿੱਚ ਕੋਈ ਵੀ ਆਪਤਾ ਨਾਲ ਜੂਝਣ ਲਈ ਕਿਹਦੇ ਕੋਲੇ ਫੈਸਲੇ ਦੀ ਸ਼ਕਤੀ ਹੈ, ਉਹ ਦਿੱਤੀ ਗਈ ਹੈ ਤੁਹਾਡੇ ਪ੍ਰਧਾਨ ਮੰਤਰੀ ਨੂੰ। ਠੀਕ ਹੈ, ਕਿਸੇ ਜਿਹੜੇ ਵੀ ਰਾਜ ਵਿੱਚ ਤੁਹਾਡੇ ਕੋਈ ਹੜ੍ਹ ਆ ਗਿਆ, ਕੋਈ ਮਤਲਬ ਕੋਈ ਵੀ ਜਿਹੜਾ ਵੀ ਚੀਜ਼ ਆਈ ਹੈ, ਹੁਣ ਜਿਵੇਂ ਆਪਣੇ ਚੱਕਰਵਾਤ ਆਏ ਹੋਏ ਸੀ, ਕੁਝ ਵੀ ਆਇਆ, ਉੱਥੇ ਹੁਣ ਕੀ ਰਿਲੀਫ ਲਈ ਚੀਜ਼ਾਂ ਦੇਣੀਆਂ, ਕਿੰਨੇ ਪੈਸੇ ਲੋਕਾਂ ਨੂੰ ਉੱਥੇ ਕੰਪਨਸੇਸ਼ਨ ਦੇ ਤੌਰ ਤੇ ਸੈਂਟਰ ਕਿੰਨੇ ਦਊਗੀ, ਸਟੇਟ ਕਿੰਨੀਆਂ ਦੇਣਗੀਆਂ, ਇਹ ਦੋਨੋਂ ਆਪਸ ਆਪਣੀ ਜਗ੍ਹਾ ਤੇ ਇਸੇ ਚੀਜ਼ ਨੂੰ ਡਿਸਾਈਡ ਕਰ ਲੈਂਦੇ ਆ। ਠੀਕ ਹੈ, ਤੇ ਰਾਜ ਵਿੱਚ ਤੁਹਾਡਾ ਇੱਥੇ ਪ੍ਰਧਾਨ ਮੰਤਰੀ ਹੁੰਦਾ ਤੇ ਇੱਥੇ ਮੁੱਖ ਮੰਤਰੀ। ਇਹ ਆਪਣੀ ਜਗ੍ਹਾ ਤੇ ਪੂਰਾ ਡਿਸਾਈਡ ਕਰ ਲੈਂਦੇ ਆ
ਕਿ ਕਿੱਦਾਂ ਆਪਾਂ ਜਿਹੜੀ ਵੀ ਆਪਣੇ ਉੱਤੇ ਵਿਪਤਾ ਆਈ ਆ ਉਹਨੂੰ ਆਪਾਂ ਕਿੱਦਾਂ ਉਹਦੇ ਨਾਲ ਜੂਝਣਾ, ਕਿੱਦਾਂ ਉਹਦੇ ਵਿੱਚੋਂ ਆਪਾਂ ਨਿਕਲਣਾ। ਠੀਕ ਹੈ, ਕਲੀਅਰ ਹੈ? ਇਹੀ ਸੀਗਾ ਤੁਹਾਡੇ ਅੱਜ ਦੇ ਸਾਰੇ ਕਰੰਟ ਅਫੇਅਰ ਵਿੱਚ ਜੋ ਵੀ ਲਿਖਿਆ ਹੋਇਆ। ਹੁਣ ਕਿਸੇ ਨੂੰ ਕੋਈ ਵੀ ਡਾਊਟ ਹੋਵੇ, ਮੈਂ ਤੁਹਾਨੂੰ ਸਾਰਾ ਸਰ ਤਾਂ ਹੀ ਆਫਤ ਪ੍ਰਬੰਧ ਦੇ ਵਿੱਚ ਮਿਸਿਸ ਚ ਕੁਐਸਚਨ ਕੀ ਆ ਸਕਦਾ? ਹਾਂਜੀ ਇਹਦੇ ਵਿੱਚ ਕੁਐਸਚਨ ਕੀ ਬਣ ਸਕਦਾ ਲਾਸਟ ਵਾਲਾ ਆਫਤ ਪ੍ਰਬੰਧ ਐਕਟ ਜਿਹੜਾ? ਦੇਖੋ ਅੱਜ ਜਿਹੜੀ ਅਖਬਾਰ ਚ ਮਤਲਬ ਜਿਹੜੀ ਆਪਦਾ ਐਕਟ ਹੈ ਨਾ, ਐਕਟ ਵਿੱਚ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਜਿਹੜੀ ਇਹ ਸੈਂਟਰ ਦੀ ਬੋਡੀ ਹੈ ਉਹਨੂੰ ਕੌਣ ਹੈਡ ਕਰਦਾ, ਜਿਵੇਂ ਆਪਾਂ ਪ੍ਰਧਾਨ ਮੰਤਰੀ ਲਿਖਿਆ ਤੇ ਸਟੇਟ ਦੇ ਅੰਦਰ ਕੌਣ ਹੈਡ ਕਰਦਾ ਉਹ ਲਿਖਿਆ ਜਾ ਸਕਦਾ। ਹੁਣੇ ਤੁਹਾਡੇ ਕੀ ਕਹਿੰਦੇ ਜਿਵੇਂ ਹੀ ਮੌਨਸੂਨ ਸ਼ੁਰੂ ਹੋਣਗੇ ਨਾ ਤੁਹਾਡੇ ਹੜ੍ਹ ਵੀ ਕਿਤੇ ਨਾ ਕਿਤੇ ਆਣੇ ਸ਼ੁਰੂ ਹੋ ਜਾਣਗੇ। ਫਿਰ ਨਾ ਇੱਕ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਕਰਕੇ ਵੀ ਹੈਗੀ, ਇੱਕ ਨਾ ਅੱਡ ਤੋਂ ਫੋਰਸ ਬਣਾਈ ਗਈ ਹੈ, ਜਿਵੇਂ ਆਪਣੀ ਫੌਜ ਹੈ ਉਦਾਂ ਦੀ ਸਿਰਫ ਡਿਜ਼ਾਸਟਰ ਨਾਲ ਲੜਨ ਲਈ ਅੱਡ ਤੋਂ ਫੌਜ ਬਣਾਈ ਗਈ ਹੈ। ਉਹਦਾ ਵੀ ਪੂਰਾ ਦਾ ਪੂਰਾ ਚਿੱਠਾ ਆਊਗਾ, ਉਹ ਵੀ ਇਸੇ ਐਕਟ ਦੇ ਅੰਦਰ ਹੀ ਬਣਾਈ ਗਈ ਸੀ, ਪਰ ਉਹਦੇ ਬਾਰੇ ਆਪਾਂ ਬਿਲਕੁਲ ਅੱਡ ਤੋਂ ਪੜਾਂਗੇ ਕਿਉਂਕਿ ਉਹ ਚ ਕਿੰਨੀਆਂ ਬਟਾਲੀਅਨ ਆ, 12 ਜਗ੍ਹਾ ਕਿੱਥੇ ਕਿੱਥੇ ਹੈਗੀਆਂ, ਉਹ ਉਹਦੇ ਨਾਲ ਮੈਂ ਤੁਹਾਨੂੰ ਸਾਰਾ ਜੋੜ ਕੇ ਦੱਸੂਗਾ। ਉਹ ਮੈਂ ਇੱਥੇ ਫਿਰ ਡਿਟੇਲ ਲਿਖੀ ਨਹੀਂ, ਮੈਨੂੰ ਪਤਾ ਅਗਲੇ ਮਹੀਨੇ ਡੇਢ ਮਹੀਨੇ ਚ ਕਿਤੇ ਨਾ ਕਿਤੇ ਆਪਣੇ ਅਸਾਮ ਵਿੱਚ ਤਾਂ ਹੜ੍ਹ ਆਣੇ ਹੀ ਆਣੇ ਆ, ਬ੍ਰਹਮਪੁੱਤਰਾ ਓਵਰਫਲੋ ਕਰਦੀ ਹੀ ਕਰਦੀ ਆ, ਤਾਂ ਉਹ ਕਰੰਟ ਅਫੇਅਰ ਜਿਵੇਂ ਆਊਗਾ ਆਪਾਂ ਉਦੋਂ ਪੜ ਲਾਂਗੇ। ਤਾਂ ਹੀ ਤੋੜ ਤੋੜ ਕੇ ਥੋੜਾ ਥੋੜਾ ਕਰਕੇ ਪੜਾਂਗੇ, ਆਪਾਂ ਨੂੰ ਸਾਰਾ ਦੀ ਸਾਰੀ ਚੀਜ਼ ਯਾਦ ਹੁੰਦੀ ਰਹੂਗੀ। ਠੀਕ ਹੈ, ਤਾਂ ਇਹ ਚ ਸਿਰਫ ਆਪਾਂ ਇਹ ਕਿ ਸੈਂਟਰ ਚ ਕੌਣ ਹੈਡ ਹੈ ਤੇ ਸਟੇਟ ਵਿੱਚ ਕੌਣ ਹੈਡ ਹੈ ਉਹ ਵਾਲੇ ਸਵਾਲ ਆ ਸਕਦੇ ਆ। ਠੀਕ ਹੈ, ਇਹ ਸੀਗੇ ਤੁਹਾਡੇ ਅੱਜ ਦੇ ਕਰੰਟ ਅਫੇਅਰ।